मैं वहाँ ਤੁਹਾਡੀ ਹੋਸਟ ਸੈਰਿਸ਼ ਮੁਨਵਰ ਬੁਖਾਰੀ ਔਰ ਮੇਰੇ ਨਾਲ ਮੌਜੂਦ ਹਾਂ ਸੁਹੇਲ ਅਸਦ ਜੀ। ਇਸ ਪ੍ਰੋਗਰਾਮ ਨੂੰ ਤੁਸੀਂ ਦੇਖ ਸਕਦੇ ਹੋ, ਲੇਕਿਨ ਉਸ ਪਾਰ ਤੁਸੀਂ ਹੋ, ਤੁਸੀਂ ਸਾਡੇ ਨਾਲ ਗੱਪਸ਼ਪ ਲਗਾ ਸਕਦੇ ਹੋ। ਤੁਸੀਂ ਜਦੋਂ ਸਾਡੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਦੇ ਹੋ, ਸਾਡਾ ਪ੍ਰੋਗਰਾਮ ਖੂਬਸੂਰਤ ਹੁੰਦਾ ਔਰ ਤੁਹਾਡੀ ਵਜ੍ਹਾ ਤੋਂ ਸਾਡੇ ਪ੍ਰੋਗਰਾਮ ਨੂੰ ਚਾਰ ਚੰਦ ਲੱਗਦੇ। ਮੈਂ ਮੀਡੀਅਮਸ ਬਤਾ ਸਾਂ 92111214 ਇਸ ਤੇ ਕਾਲ ਕਰਕੇ ਤੁਸੀਂ ਸਾਡੇ ਨਾਲ ਗੱਪਸ਼ਪ ਲਗਾ ਸਕਦੇ ਹੋ। ਇਸ ਦੇ ਇਲਾਵਾ ਤੁਸੀਂ ਅਗਰ ਸਾਡੇ ਪ੍ਰੋਗਰਾਮ ਨੂੰ ਲਾਈਵ ਦੇਖਣਾ ਚਾਹੋ ਤੁਸੀਂ YouTube ਤੇ, ਟਵਿੱਟਰ ਤੇ ਔਰ ਫੇਸਬੁੱਕ ਤੇ ਦੇਖ ਸਕਦੇ ਹੋ। ਸਾਡੇ ਪੇजेस ਜਿਹੜੇ ਤੇ ਤੁਸੀਂ ਜਿਹੜਾ ਸਰਚ ਕਰ ਸਕੋ PTV ਨੈਸ਼ਨਲ ਪਿਸ਼ਾਵਰ ਲਾਈਵ ਲਿਖ ਕੇ ਤੇ ਸਾਡੇ ਪ੍ਰੋਗਰਾਮਸ ਤੁਹਾਨੂੰ ਮਿਲ ਸਨ ਔਰ ਉਸ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਕਮਿਊਨੀਕੇਟ ਕਰ ਸਕਦੇ ਹੋ। ਤੁਸੀਂ ਸਾਨੂੰ ਕਮੈਂਟਸ ਕਰ ਸਕਦੇ ਹੋ ਔਰ ਨਾਲ ਨਾਲ ਤੁਸੀਂ ਸਾਡੇ ਪੇजेस ਨੂੰ ਲਾਈਕ ਕਰ ਸੋ, ਸਬਸਕ੍ਰਾਈਬ ਕਰ ਸੋ ਔਰ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਜਿਹੜੀ ਵੀ ਵੀਡੀਓਜ਼ ਆਉਣ ਉਹ ਤੁਹਾਨੂੰ ਮਿਲਦੀਆਂ ਰਹਿਣ। यार मैं कहना कि जिस तरह तुमने बयान किया ना ये यूट्यूब के बारे में ਜਿਹੜਾ ਅਕਸਰ ਅਸੀਂ ਦੇਖਨੇ ਬੜਾ ਅੱਛਾ ਤੁਹਾਨੂੰ ਬੋਲੇ ਤੇ ਬੜਾ ਮੈਂ ਮੁਤਾਸਰ ਆਇਆ ਤੁਹਾਡੇ ਬੋਲਣੇ ਸੀ। ਮੈਂ ਸੋਚਣਾ ਕਿ ਆਪਣਾ YouTube ਚੈਨਲ ਬਣਾਵਾਂ ਤੇ ਜਿਹੜੀ ਪ੍ਰੋਮੋਸ਼ਨ ਇੱਕ ਐਡ ਹੈ ਤੁਹਾਡੇ ਸੇ ਬਣਾਵਾਂ, ਤੁਸੀਂ ਉੱਥੇ ਆ ਕੇ ਕਹੋ ਕਿ ਜਿਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ। ਕਿਉਂਕਿ ਖਵਾਤੀਨ ਨੂੰ ਲੋਕ ਵੈਸੇ ਵੀ ਪ੍ਰੋਟੋਕੋਲ ਜ਼ਿਆਦਾ ਦਿੰਦੇ ਨੇ। ਖੈਰ ਪ੍ਰੋਟੋਕੋਲ ਦੀ ਗੱਲ ਅਗਰ ਆ ਗਈ ਤਾਂ ਅਸੀਂ ਕੈਸੀ ਕਿ ਬੇਸ਼ੱਕ ਖਵਾਤੀਨ ਨੂੰ ਅਸੀਂ ਤੇ ਜਿੱਥੇ ਵੀ ਹੁੰਦੀਆਂ ਅਸੀਂ ਕਹਿੰਦੇ ਕਿ ਜਨਾਬ ਲੇਡੀਜ਼ ਫਸਟ, ਲੇਕਿਨ ਕੁਝ ਐਸੀ ਸ਼ਖਸੀਅਤ ਵੀ ਹੁੰਦੀਆਂ ਨੇ ਕਿ ਜਿਹੜਾ ਇਸ ਤੋਂ ਵੀ ਜ਼ਿਆਦਾ ਪ੍ਰੋਟੋਕੋਲ ਉਹਨਾਂ ਨੂੰ ਦੁਨੀਆ ਦੇ ਲੋਕ ਦਿੰਦੇ ਨੇ। ਉਹ ਐਸੇ ਲੋਕ ਹੁੰਦੇ ਨੇ ਕਿ ਜਿਹੜੇ ਇਨਸਾਨੀ ਖਿਦਮਤ ਨਾਲ ਮੁਤਾਲਿਕ ਹੁੰਦੇ ਨੇ। ਉਹਨਾਂ ਦਾ ਜਿਹੜਾ ਕੰਮ ਹੁੰਦਾ ਉਹ ਇਨਸਾਨ ਦੀ ਖਿਦਮਤ ਹੁੰਦਾ ਤੇ ਤੁਹਾਨੂੰ ਪਤਾ ਹੈ ਕਿ ਇਸ ਜ਼ਿੰਦਗੀ ਦੇ ਵਿਚਕਾਰ ਇਸ ਜ਼ਮੀਨ ਦੇ ਉੱਤੇ ਇਹ ਇੱਕ ਬੜਾ ਅੱਛਾ ਅਮਲ ਹੈ ਤੇ ਅੱਲਾਹ ਤਾਲਾ ਦੀ ਜ਼ਾਤ ਇਸ ਨੂੰ ਬਹੁਤ ਪਸੰਦ ਫਰਮਾਉਂਦੀ ਹੈ ਕਿ ਅਗਰ ਇੱਕ ਇਨਸਾਨ ਦੂਸਰੇ ਇਨਸਾਨ ਦੀ ਮਦਦ ਕਰੇ। ਅੱਜ ਸਾਡੇ ਸਟੂਡੀਓ ਵਿੱਚ ਇੱਕ ਐਸੀ ਸ਼ਖਸੀਅਤ ਮੌਜੂਦ ਹੈ ਕਿ ਜਿਹੜੇ ਆਪਣੇ ਫਰਾਇਜ਼ ਜਿਸ ਤਰੀਕੇ ਤੇ ਅੰਜਾਮ ਦਿੰਦੇ ਨੇ, ਇੱਕ ਤਾਂ ਉਹ ਮਤਲਬ ਕੁਛ ਮੁਆਵਜ਼ਾ ਲੈ ਕੇ ਵੀ ਆਪਣੇ ਫਰਾਇਜ਼ ਦਾ ਅੰਜਾਮ ਦਿੰਦੇ ਨੇ ਜਿਹੜਾ ਇੱਕ ਦੁਨੀਆ ਤਰੀਕੇਕਾਰ ਹੈ, ਲੇਕਿਨ ਕੁਛ ਫਰਾਇਜ਼ ਉਹ ਐਸੇ ਵੀ ਅੰਜਾਮ ਦਿੰਦੇ ਨੇ ਜਿਹੜੇ ਉਹ ਬਿਨਾਂ ਕਿਸੇ ਮੁਆਵਜ਼ੇ ਦੇ ਬਗੈਰ ਉਹ ਆਪਣੀ ਖਿਦਮਤ ਦਿੰਦੇ ਨੇ ਤੇ ਉਹ ਵੀ ਖਾਸ ਤੌਰ ਤੇ ਦੁਖੀ ਆਵਾਮ ਨੂੰ ਜਿਹੜੇ ਐਸੇ ਲੋਕ ਕੁਛ ਮੁਸਤਹਿਕ ਹੁੰਦੇ ਨੇ। ਤਾਂ ਇਹ ਇੱਕ ਐਸੀ ਸ਼ਖਸੀਅਤ ਹੈ ਕਿ ਯਕੀਨ ਜਾਣੋ ਕਿ ਬੜੇ ਪਿਆਰੀ ਸ਼ਖਸੀਅਤ ਹੈ ਤੇ ਇਹ ਜਿਹੜਾ ਅਮਲ ਹੈ ਇਹ ਇਸ ਜ਼ਿੰਦਗੀ ਦੇ ਵਿਚਕਾਰ ਇਨਸਾਨ ਅਗਰ ਕਰਦਾ ਹੈ ਤਾਂ ਇਸ ਦੇ ਜਿਹੜੇ ਅਸਰਾਤ ਹਨ ਉਹ ਦੂਸਰੇ ਜਾਣਦੇ ਕਰ ਅੱਲਾਹ ਤਾਲਾ ਦੀ ਜ਼ਾਤ ਵੀ ਅਤਾ ਫਰਮਾਉਂਦੀ ਹੈ। ਮੈਂ ਤਾਰਫ ਕਰਨਾ ਚਾਹੁੰਦਾ ਕਿ ਸਾਡੀ ਇੱਕ ਪਾਕਿਸਤਾਨ ਟੈਲੀਵਿਜ਼ਨ ਪਿਸ਼ਾਵਰ ਸੈਂਟਰ ਦੇ ਇੱਕ ਬੜੇ ਮਾਰੂਫ ਮਹਿਮਾਨ ਜਿਹੜੇ ਅਕਸਰ ਤਸ਼ਰੀਫ ਲੈ ਕੇ ਆਉਂਦੇ ਨੇ ਤੇ ਬੜੀ ਖੂਬਸੂਰਤ ਤੇ ਬੜੀ ਅੱਛੀ ਗੱਲਾਂ ਕਰਦੇ ਨੇ, ਟਿਪਸ ਦਿੰਦੇ ਨੇ। जनाब डॉक्टर अहमद जमाल खान साहब जी, अस्सलाम वालेकुम। अस्सलाम वालेकुम। किस तरह सर अल्लाह दे एहसान ਤੁਸੀਂ ਠੀਕ ਠਾਕ ਹੋ? ਬੜੀ ਮਿਹਰਬਾਨੀ ਸਰ ਤੁਸੀਂ ਆਇਓ ਔਰ ਗਾਏ ਬਗਾਏ ਤੁਹਾਡੇ ਨਾਲ ਮੁਲਾਕਾਤ ਰਹਿੰਦੀ ਹੈ। ਯਕੀਨਨ ਸਾਡੇ ਵਿਊਵਰਸ ਬੜੇ ਮੁਸਤਫੀਦ ਹੁੰਦੇ ਨੇ ਤੁਹਾਡੀ ਗੁਫ਼ਤਗੂ ਨਾਲ। ਅੱਜ ਕੱਲ੍ਹ ਜਿਹੜਾ ਤੇ ਐਸਾ ਇੱਕ टाइम आ गया है कि फास्ट फूड, जंक फूड और मुख्तलिफ किस्म के खाने की वजह तो बहुत सारी बीमारियां जड़ियाँ वो बहुत ज़्यादा हो गई। जिस तरह तुसी देखो ब्लड प्रेशर, शुगर और ये छोटियां छोटियां बीमारियां इतनियां आम हो गई हैं कि हर बंदा उस पार जरा बैठा है कोई ना कोई कार एक इफेक्ट ही ज़रूर होता है और वो चाहते हैं कि प्रिकॉशनस या कुछ ऐसी इस तरह होवे कि सानू पता चल सके कि किस टाइम सारे डॉक्टर नूं रुजू करना है और आया असी जदों डॉक्टर कोल जाइए तो किस तरह की ट्रीटमेंट्स जिहड़ा ते सानू मिल सकदियां। इस चीज़ नूं अगे लैके चलसीए। तुसी जिहड़ा ते होम्योपैथी दा जिहड़ा इलाज करदे हो, थोड़ा साडे व्यूवर्स नूं बताओ कि ऐसे सिम्पटम्स होन शुगर या ब्लड प्रेशर दे कि जिस दे वास्ते ज़रूरी है कि वो डॉक्टर ने कंसर्न करो। ਤੇ ਮੈਂ ਇਹਨਾਂ ਦੀ ਗੱਲ ਹੀ ਵਧਾ ਦੱਸਾਂ ਡਾਕਟਰ ਸਾਹਿਬ ਕਿ ਥੋੜਾ ਜਿਹਾ ਤੁਸੀਂ ਇਸ ਤਰਫ ਵੀ ਆਪਣੀ ਗੁਫ਼ਤਗੂ ਦਾ ਰੁਖ ਰੱਖਣਾ ਕਿ आया कोई ऐसी बीमारियां भी मौजूद हों कि जड़ियाँ अगर इंसान होम्योपैथिक की ट्रीटमेंट करवाता है तो वो किसी होर ट्रीटमेंट जी है चाहे इंग्लिश ट्रीटमेंट है या कीमी ट्रीटमेंट है उसकी ज़्यादा तो जल्दी असर कर दिए। कुछ इस भी थोड़ा जिहा बयान करना तो बाकी मैं जिस तरह ने पूछा कि मतलब इसका इलाज है कि हल है। सबसे पहले तो बहुत शुक्रिया थोड़ा तो PTV नैशनल का बहुत शुक्रिया कि मैंने दोबारा मौका दिता ने होम्योपैथिक ते जनरल डिस्कशन दे उत्ते। तो मैं तो ये समझना वा कि जी होम्योपैथिक सिस्टम या इलाज जड़ा है वो इंसान दी जिस तरह इंसान का वजूद नैचुरल है इस विचकार असी जो कुछ खाने फ्रूट्स हैं, सब्जियां वन या साड़ी जी रोज़मर्रा की खुराक है ये नैचुरल खुराक ही साढ़े जिसम नूं फायदा दिंदी है। तो जिस वक्त असी अननैचुरल चीज़ों का इस्तेमाल ज़्यादा करते हैं तो उसके साइड इफेक्ट आहिस्ता आहिस्ता साड़ी बॉडी से सामने आने शुरू हो जाते हैं। तो होम्योपैथिक ट्रीटमेंट जी है या तरीका इलाज जोड़ा है ये भी बेसिकली नैचुरल जड़ी बूटियाँ सी ही एक्सट्रैक्ट करके तो एक प्रोसेस है उसमें गुजार के तो इसकी दवाइयाँ बनदियाँ। तो जिस तरह इन्होंने बड़ा अच्छा सवाल किया कि जी जंक फूड या फास्ट फूड या अजकल सबसे ज़्यादा जो प्रॉब्लम चलता पिया वो मिडनाइट डील्स जितने भी फूड वाली चेन्स हैं और रात नूं 12-1 बजे से बाद एक डिस्काउंट देंगे या 1+1 का एक उन्होंने किया होता है उसकी वजह नाल पीज़ा वगैरह बर्गर से लोग बच्चे जितने भी हैं अजकल दे वो बड़े शौक नाल खाते हैं। लेकिन उसकी खुराक की टाइमिंग सबसे ज़्यादा
ਮੈਟਰ ਕਰਦੀ ਹੈ ਕਿ ਉਸ ਦੀ ਵਜ੍ਹਾ ਨਾਲ ਕਿੰਨੇ ਸਾਈਡ ਇਫੈਕਟ ਪੈਦਾ ਹੁੰਦੇ ਨੇ ਤੇ ਉਸ ਦੇ ਬਾਅਦ ਜਿਹੜੀ ਚੀਜ਼ ਉਹ ਖਾਂਦੇ ਪਏ ਨੇ ਉਸ ਨੂੰ ਡਾਈਜੈਸਟ ਕਰਨ 'ਚ ਕਿੰਨਾ ਟਾਈਮ ਲੱਗਦਾ ਹੈ। ਬਲਕਿ ਮੈਂ ਕਹਿੰਦਾ ਡਾਕਟਰ ਸਾਹਿਬ ਕਿ ਇਹ ਜਿਹੜੀ ਅਸਲ ਗੱਲ ਤੁਹਾਨੇ ਕੀਤੀ ਹੈ ਨਾ, ਇਹਦਾ ਪਾਰਟ 2 ਜਿਹੜਾ ਜੀ, ਜੀ। ਚਲੋ ਆਦਮੀ ਦਾ ਦਿਲ ਚਾਹੁੰਦਾ ਹੈ ਚੀਜ਼ਾਂ ਖਾ ਲੈਣ। ਮਾਰਕੀਟ ਦੇ ਘਰ ਜੀ, ਜੀ, ਮੌਜੂਦ ਹਾਂ, ਹੋਣ, ਜੀ। ਲੇਕਿਨ ਅਸਲ ਜਿਹੜੀ ਗੱਲ ਹੈ ਕਿ ਚਾਹੇ ਕੁਝ ਵੀ ਆਦਮੀ ਖਾਵੇ ਉਸ ਦਾ ਹਜ਼ਮ ਹੋਣਾ ਬਹੁਤ ਜ਼ਰੂਰੀ ਹੈ। ਅਗਰ ਹਜ਼ਮ ਨਾ ਹੋ ਸੀ ਤੇ ਉਹ ਵੀ ਖਾਸ ਤੌਰ ਤੇ ਅਗਰ ਰਾਤ ਨੂੰ ਅਸੀਂ ਖਾਣੇ ਆ ਜੇ ਵੱਧਾ ਖਾ ਕੇ ਤੇ ਅਕਸਰ ਮਤਲਬ ਰਾਤ ਨੂੰ ਬੜੇ ਘੱਟ ਐਸੇ ਲੋਕ ਹੋ ਸਨ ਕਿ ਜੀ ਉਹ ਖਾਣੇ ਸੇ ਬਾਅਦ ਕੁਝ ਵਾਕ ਦਾ ਇhtਮਾਮ ਕਰ ਸਨ। ਅਸੀਂ ਲੋਕ ਖਾ ਕੇ ਤੇ ਸੋ ਹੀ ਜਾਂਦੇ ਆ ਨਾ, ਤੇ ਇਹ ਤਾਂ ਹੋਰ ਵੀ ਤਕਲੀਫ। ਇਹ ਬਹੁਤ ਜ਼ਿਆਦਾ ਇਸ ਦੇ ਜਿਹੜੇ ਸਾਈਡ ਇਫੈਕਟ ਆਉਂਦੇ ਪਏ ਨੇ, ਅਸੀਂ ਰੂਟੀਨ ਵਿੱਚ ਮਤਲਬ ਇਸ ਤਰ੍ਹਾਂ ਦੇ ਕੇਸਿਸ ਡੀਲ ਕਰਨੇ ਆ ਜਿਹਦੇ ਵਿਚਕਾਰ ਅਲਸਰੇਸ਼ਨ ਦਾ ਮਸਲਾ, ਸਟਮਕ ਦੀ ਰੂਟੀਨ, ਡਾਇਰੀਆ, ਡਾਇਸੈਂਟਰੀ ਪੇ ਚੱਲਦੀ ਹੈ ਤੇ ਖਾਸ ਤੌਰ ਤੇ ਐਸੀ ਬਿਮਾਰੀਆਂ ਜਿਸ ਦਾ ਪੇਸ਼ੈਂਟ ਦੇ ਉੱਤੇ ਇਹ ਇਫੈਕਟ ਪਏ ਹੁੰਦੇ ਨੇ ਕਿ ਉਹਨਾਂ ਦਾ ਯੰਗ ਏਜ ਦੇ ਵਿਚਕਾਰ ਫਾਲਿੰਗ ਆਫ ਹੇਅਰਸ, ਬਾਲਾਂ ਦਾ ਗਿਰਨਾ, ਰਿੰਕਲਸ, ਸਪੈਸ਼ਲੀ ਲੜਕੀਆਂ ਦਾ ਜਿਹੜਾ ਵੇ ਉਹ ਵਕਤ ਸੀ ਪਹਿਲੇ ਮੈਚਿਓਰ ਹੁੰਦੀਆਂ ਪਈਆਂ ਨੇ, ਉਹਨਾਂ ਦੇ ਵਿਚਕਾਰ ਹਾਰਮੋਨਲ ਪ੍ਰੋਬਲਮ ਪਈ ਆਉਂਦੀਆਂ ਨੇ। ਇਸ ਦੀ ਵਜ੍ਹਾ ਨਾਲ ਨਾਰਮਲੀ ਜਿਤਨੀ ਜਿਸ ਸਟੇਜ ਤੇ ਆ ਕੇ ਇੱਕ ਪ੍ਰੋਬਲਮ ਆਉਂਦੀ ਹੈ ਕਿਸੇ ਨੂੰ 10 ਸਾਲ ਬਾਅਦ, ਕਿਸੇ ਨੂੰ ਲੇਕਿਨ ਹੁਣ ਇਤਨਾ ਫਾਸਟਲੀ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਤੇ ਸਾਨੂੰ ਬਤਾਉਂਦੇ ਨੇ ਕਿ ਸਾਨੂੰ ਕੀ ਪ੍ਰੋਬਲਮ ਫੇਸ ਅਸੀਂ ਕਰਨਾ ਪਿਆ। ਤੇ ਇਸ ਵਿੱਚ ਫਿਰ ਸਾਨੂੰ ਇਹ ਇੱਕ ਅੱਛਾ ਅੱਲਾ ਦਾ ਅਹਿਸਾਨ ਹੈ ਸਾਡੇ ਤੇ ਕਿ ਅਸੀਂ ਹੋਮਿਓਪੈਥਿਕ ਵਿੱਚ ਐਸੀ ਮੈਡੀਸਨ ਹਨ ਜਿਨ੍ਹਾਂ ਦੇ ਇਸਤੇਮਾਲ ਨਾਲ ਅਸੀਂ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਦੀ ਟ੍ਰੀਟਮੈਂਟ ਕਰਨੇ ਆ ਤੇ ਸ਼ਿਫਾ ਅੱਲਾਹ ਤਾਲਾ ਦਿੰਦਾ ਹੈ। ਬੇਸ਼ੱਕ। ਮਤਲਬ ਹੈ ਕਿ ਸਾਰੇ ਸਿਸਟਮ ਜਿਹੜੇ ਵਨ ਚਾਹੇ ਤਿਬ ਹਰਬਲ ਜਿਸ ਨੂੰ ਅਸੀਂ ਕਹਿੰਦੇ ਹਾਂ, ਤਿਬ ਯੂਨਾਨੀ ਹੋ ਗਿਆ ਜਾਂ ਐਲੋਪੈਥਿਕ ਹੋ ਗਿਆ ਜਾਂ ਹੋਮਿਓਪੈਥਿਕ, ਇਹਨਾਂ ਤਿੰਨੋਂ ਸਿਸਟਮ ਦਾ ਆਪਣਾ ਆਪਣਾ ਕਿਰਦਾਰ ਹੈ ਸਾਡੇ ਮਾਸ਼ਰੇ 'ਚ। ਲੇਕਿਨ ਸਾਡਾ ਜਿਹੜਾ ਅਸੀਂ ਸ਼ੁਰੂ ਸੀ ਸਿਸਟਮ ਵਿੱਚ, ਮੈਂ ਤਕਰੀਬਨ 25-28 ਸਾਲ ਹੋ ਗਏ ਨੇ ਇਸ ਫੀਲਡ ਵਿੱਚ, ਤਾਂ ਮੈਂ ਜੋ ਕੁਝ ਸਿੱਖਿਆ ਤਾਂ ਮੈਂ ਸਮਝਦਾ ਹਾਂ ਕਿ ਅਸੀਂ ਬੜੇ ਇਤਨੀ ਸੌਫਟਨੈਸ ਦਵਾਈਆਂ ਦੇ ਵਿਚਕਾਰ ਹੈ ਕਿ ਛੋਟੇ ਛੋਟੇ ਬੱਚੇ ਆਉਂਦੇ ਨੇ ਤਾਂ ਕਹਿੰਦੇ ਨੇ ਉਹ ਡਾਕਟਰ ਦੇ ਕੋਲ ਨਾਰਮਲੀ ਪੇਸ਼ੈਂਟ ਬੱਚਾ ਜਾਂਦੇ ਰੋਂਦਾ ਕਿ ਮੈਨੂੰ ਇੰਜੈਕਸ਼ਨ ਲੱਗ ਸੀ, ਲੇਕਿਨ ਸਾਡੇ ਕੋਲ ਖੁਸ਼ੀ ਨਾਲ ਆਉਂਦੇ ਨੇ ਕਿ ਉਹ ਮਿੱਠੀ ਮਿੱਠੀ ਗੋਲੀਆਂ ਮਿਲेंगी। सही तो एक बड़ी एक अच्छी गल है डॉक्टर साहब इस मीठी मीठी गोलियों तो मुझे गल याद आई जी। जे बल्कि सारिश भी मेरी गल इतफाक कर सन कि मतलब माजत नाल मैं कहता थोड़ी जी मैं गपशप के लेवल जी, ते जी, गल जी, पुछना बिल्कुल, होवे ते सच बताना जी जी, जी। कि इंसान ने तुसी मतलब जी, जी, कदी बिल्कुल। कदी थोड़ा बहुत बीमारी इंसान नहीं, नहीं, बिल्कुल। प्रॉब्लम होंदी है तो आया तुसी खुद भी आप ये मेडिसिन यूज करदे हो कि नहीं तुसी मतलब एलोपैथी हो जांदे हो? ਇਹਦੀ ਇੱਕ ਮੈਂ ਮਿਸਾਲ ਤੁਹਾਨੂੰ ਦੇਣਾ ਕਿ ਮੇਰੀ ਬੇਟੀ ਤਕਰੀਬਨ ਹੁਣ 7 ਸਾਲ ਦੀ ਹੋਣੇ ਵਾਲੀ ਹੈ, ਇੱਕ ਹੀ ਬੇਟੀ ਹੈ ਮੇਰੀ, ਤੇ 7 ਸਾਲ ਵਿੱਚ 5.5 ਸਾਲ ਦੀ ਜਿਸ ਤਈ ਜਾਂ 4.5 ਸਾਲ ਦੀ ਤਕਰੀਬਨ ਕੁਝ ਟਾਈਮ ਉਹਨੂੰ ਯਾਦ ਨਹੀਂਗਾ, ਤੇ ਉਸ ਦੌਰਾਨ ਉਸ ਨੂੰ ਅਚਾਨਕ ਚੈਸਟ ਦਾ ਇਨਫੈਕਸ਼ਨ ਹੋਇਆ ਤੇ ਉਹ ਕਾਫੀ ਕ੍ਰੋਨਿਕ ਹੋ ਗਿਆ। ਅੱਛਾ, ਉਸ ਨੂੰ ਬਚਪਨ ਸੀ ਸਾਨੇ ਹੋਮਿਓ ਮੈਡੀਸਿਨ ਤੇ ਹੀ ਲਗਾਇਆ, ਉਸ ਨੂੰ ਕਦੀ ਐਲੋਪੈਥਿਕ ਦਿੱਤਾ ਹੀ ਨਹੀਂ। ਸਿੰਪਲੀ ਅਗਰ ਬਹੁਤ ਜ਼ਿਆਦਾ ਕਦੀ ਹੋਇਆ ਤਾਂ ਇੱਕ ਹਰ ਘਰ ਵਿੱਚ ਇੱਕ ਪੈਨਾਡਾਲ ਦਾ ਸਿਰਪ ਬੱਚਿਆਂ ਵਾਸਤੇ ਰੱਖਿਆ ਜਾਂਦਾ ਹੈ, ਅਦਰਵਾਈਜ਼ ਇਲਾਵਾ ਉਸ ਨੂੰ ਕੋਈ ਮੈਡੀਸਨ ਨਹੀਂ ਮਿਲੀ। ਤੇ ਜਿਸ ਵਕਤ ਮੈਂ ਇੱਕ ਬੜੇ ਮਸ਼ਹੂਰ ਪਿਸ਼ਾਵਰ ਦੇ ਚਿਲਡਰਨ ਸਪੈਸ਼ਲਿਸਟ ਹਨ ਉਹਨਾਂ ਕੋਲ ਮੈਂ ਗਿਆ ਪੀਟਸ ਦੇ ਤੇ ਉਹਨਾਂ ਨੂੰ ਜਿਸ ਵਕਤ ਮੈਂ ਮਿਲਾ ਤੇ ਮੈਂ ਉਹਨਾਂ ਨੂੰ ਸਪੈਸ਼ਲੀ ਰਿਕੁਐਸਟ ਕੀਤੀ ਕਿ ਇਸ ਨੂੰ ਐਸੀ ਕੋਈ ਮੈਡੀਸਨ ਨਾ ਦੇਣਾ ਕਿ ਇਸ ਨੇ ਐਂਟੀਬਾਇਓਟਿਕਸ ਐਂਟੀ ਐਲਰਜਿਕਸ ਕਦੀ ਯੂਜ਼ ਹੀ ਨਹੀਂ ਕੀਤੀਆਂ ਤੇ ਫਸਟ ਟਾਈਮ ਇਹ ਤੁਹਾਡੇ ਕੋਲ ਆਈ ਹੈ। अच्छा ਤੇ ਕੇਅਰ ਤੋਂ ਬੜੇ ਬਹੁਤ ਹੀ ਸ਼ਫੀਕ ਡਾਕਟਰ ਹਨ ਤੇ ਬੜੇ ਮਸ਼ਹੂਰ ਡਾਕਟਰ ਹਨ, ਬਲਕਿ ਮੈਨੂੰ ਖੁਸ਼ੀ ਸੀ ਉਹਨਾਂ ਦਾ ਨਾਮ ਲੈਣੇ ਸੀ ਵੀ ਕਿਉਂਕਿ ਡਾਕਟਰ ਗੁਲਾਮ ਮੁਹੀਦੀਨ ਸਾਹਿਬ ਹਨ। हाँ जी बिल्कुल बड़ा नाम है। ਬਹੁਤ ਨਾਮ ਹੈ ਤੇ ਬੜੇ ਨਾਈਸ, ਬੜੇ ਮੁਸਕਰਾਏ। ਮੈਂ ਉਸ ਵਕਤ ਇਸ ਤਰ੍ਹਾਂ ਆਇਆ ਕਿ ਉਹ ਸ਼ਾਮ ਨੂੰ 12 ਪੇਸ਼ੈਂਟ ਡੇਲੀ ਚੈੱਕ ਕਰਦੇ ਤੇ ਦਿਨ ਨੂੰ ਵੀ ਇਸੇ ਤਰ੍ਹਾਂ ਕੋਈ ਰੂਟੀਨ ਨਹੀਂ। ਤੇ ਮੈਂ ਨੰਬਰ ਜਿਸ ਦਿੱਤਾ ਉਸ ਨੂੰ ਮੈਂ ਕਿਹਾ ਕਿ ਮੈਨੂੰ ਸਾਰੀ ਸੇ ਆਖਰੀ ਨੰਬਰ ਦੇਣਾ अच्छा ਕਿ ਮੈਂ ਉਸ ਨਾਲ ਥੋੜਾ ਜਿਹਾ ਡਾਕਟਰ ਸਾਹਿਬ ਨਾਲ ਡਿਸਕਸ ਕਰ ਸਕਾਂ, ਡਿਸਕਸ਼ਨ ਹੋਵੇ। ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਬਿਲਕੁਲ ਤੁਸੀਂ ਸਹੀ ਕਹਿੰਦੇ ਹੋ ਕਿ ਜਿਸ ਬੱਚੇ ਨੂੰ ਕਦੀ ਕੋਈ ਨਾ ਮਿਲੀ ਹੋਵੇ, ਮੈਂ ਕਿਹਾ ਅਸੀਂ ਜਿਹੜੇ ਟ੍ਰੀਟਮੈਂਟ ਕਰਨੇ ਪਏ ਇਸ ਬੱਚੇ ਦੀ ਇਮਿਊਨ ਸਿਸਟਮ ਨੂੰ ਸਟਰੋਂਗ ਸਾਨੇ ਕੀਤਾ ਹੋਇਆ। ਵਕਤੀ ਤੌਰ ਤੇ ਇਸ 'ਤੇ ਇੱਕ ਪ੍ਰੋਬਲਮ ਆਈ ਹੈ ਤੇ ਅਸੀਂ ਤੁਹਾਡੇ ਕੋਲ ਆਏ ਹਾਂ, ਤੁਹਾਡਾ ਸਿਲਸਿਲਾ ਤੁਸੀਂ ਬੱਚਿਆਂ ਦੇ ਉੱਤੇ ਜ਼ਿਆਦਾ ਰੱਖਦੇ ਹੋ ਅਬੂਰ ਹੈ ਆਪਣੀ ਫੀਲਡ ਵਿੱਚ, ਤਾਂ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਬੜੀ ਲੋ ਪੋਟੈਂਸੀ ਦੇ ਵਿਚਕਾਰ ਉਹਨਾਂ ਨੇ ਮਿਲੀਗ੍ਰਾਮ ਵਿੱਚ ਉਸ ਨੂੰ ਦਿੱਤਾ। ਜੀ ਜੀ ਡਾਕਟਰ ਸਾਹਿਬ ਇੱਕ ਤੁਹਾਡੀ ਗੱਲ ਸੀ ਮੈਂ ਇੱਕ ਬੜੀ ਜ਼ਬਰਦਸਤ ਗੱਲ ਮੇਰੇ ਜ਼ਿਹਨ ਨੇ ਕਰਾਈ, ਮੈਂ ਚਾਹੁੰਦਾ ਕਿ ਤੁਸੀਂ ਉਸ ਨੂੰ ਆਪ ਵੀ ਥੋੜਾ ਜਿਹਾ ਸ਼ੇਅਰ ਕਰੋ ਕਿ ਅਸੀਂ ਜ਼ਿਆਦਾਤਰ ਇਹ ਦੇਖਦੇ ਹਾਂ ਕਿ ਜਦੋਂ ਲੋਕ ਬਿਮਾਰ ਹੁੰਦੇ ਨੇ ਤਾਂ ਉਹ ਉਸ ਨੂੰ ਮਤਲਬ ਬਿਮਾਰੀ ਦੌਰਾਨ ਕੋਈ ਫਰੂਟ ਦਿਓ, ਕੋਈ ਸ਼ੀਸ਼ਾ ਦਿਓ ਤਾਂ ਉਹ ਕਹਿੰਦੇ ਜਨਾਬ ਦਿਲ ਨਿੰਗਾ ਮਨੇ ਨਹੀਂ ਖਾਣਾ। ਤਾਂ ਮੈਂ ਇਹ ਗੱਲ ਆਪਣੇ ਨਾਜ਼ਰੀਨ ਨੂੰ ਵੀ ਕਹਿਣਾ ਚਾਹੁੰਦਾ ਹਾਂ ਤੇ ਮੈਂ ਚਾਹੁੰਦਾ ਕਿ ਡਾਕਟਰ ਸਾਹਿਬ ਇਸ ਤੇ ਰੋਸ਼ਨੀ ਪਾਉਣ ਕਿ ਬਿਮਾਰੀ ਦੌਰਾਨ ਤੇ ਆਮ ਸਿਹਤਮੰਦ ਆਦਮੀ ਹੋਵੇ ਤਾਂ ਵੀ
ਬੇਸਿਕਲੀ ਜਿਹੜਾ ਇਮਿਊਨ ਸਿਸਟਮ ਹੈ, ਕੂਵਤ ਮਦਾਫਿਅਤ ਜਿਸ ਨੂੰ ਅਸੀਂ ਕਹਿੰਦੇ ਹਾਂ, ਰੈਜ਼ਿਸਟੈਂਸ ਪਾਵਰ ਜਿਹੜਾ ਜਿਸ ਨੂੰ ਕਹਿੰਦੇ ਹਾਂ, ਸਾਨੂੰ ਹਮੇਸ਼ਾ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਨਾਰਮਲ ਸਿਹਤਮੰਦ ਹੋਈਏ ਤਾਂ ਵੀ, ਤੇ ਖਾਸ ਤੌਰ ਤੇ ਕੋਈ ਬਿਮਾਰੀ ਸਾਡੇ ਘਰ ਮਤਲਬ ਕੋਈ ਮੌਜੂਦ ਹੋਵੇ, ਛੋਟੀ ਮੋਟੀ ਵੱਡੀ ਕੋਈ ਵੀ ਹੋਵੇ, ਤਾਂ ਅਸੀਂ ਆਪਣੀ ਖੁਰਾਕ ਨੂੰ ਪ੍ਰੋਪਰ ਰੱਖੀਏ ਤਾਂ ਕਿ ਸਾਨੂੰ ਅੰਦਰੂਨੀ ਕੂਵਤ ਵੀ ਮਿਲਦੀ ਰਹੇ। ਕੀ ਕਹਿ ਸਰ? ਦੇਖੋ ਜੀ, ਇਹ ਬੜਾ ਅੱਛਾ ਸਵਾਲ ਹੈ ਤੁਹਾਨੇ। ਬੜੇ ਇਸ ਨਾਲ ਕਮ ਸੇ ਕਮ ਲੋਕਾਂ ਨੂੰ ਇੱਕ ਚੀਜ਼ ਦਾ ਇਲਮ ਵੀ ਹੈ ਤੇ ਥੋੜਾ ਜਿਹਾ ਹੋਰ ਇਸੀ ਚੀਜ਼ ਦਾ ਹੋਈ ਸੀ। ਜਦੋਂ ਦੁਨੀਆ 'ਚ ਅਗਰ ਤਰੀਕਾ ਇਲਾਜ ਅਗਰ ਆਇਆ ਹੈ ਤਾਂ ਸਭ ਤੋਂ ਪੁਰਾਣਾ ਤਰੀਕਾ ਇਲਾਜ ਤਿਬ ਯੂਨਾਨੀ ਹੈ ਜੀ, ਜਾਂ ਤਿਬ ਨਬਵੀ ਹੈ। ਇਹ ਹਜ਼ਾਰਾਂ ਸਾਲ ਦੀ ਉਸ 'ਤੇ ਤਹਿਕੀਕ ਸੀ। ਬਾਅਦ ਉਹਨਾਂ ਨੇ ਬਹੁਤ ਸਾਰੀ ਐਸੀ ਜੜੀ ਬੂਟੀਆਂ ਦਾ ਅਰਕਿਆਤ ਕੱਢ ਕੇ ਉਸੀ ਦਵਾਈਆਂ ਬਣੀਆਂ, ਤਾਂ ਉਹ ਵੀ ਇੱਕ ਨੈਚੁਰਲ ਪ੍ਰੋਸੈਸ ਆਇਆ, ਉਸ ਨਾਲ ਲੋਕਾਂ ਨੂੰ ਸ਼ਿਫਾ ਮਿਲਦੀ ਰਹੀ। ਫਿਰ ਵਕਤ ਦੇ ਨਾਲ ਅਸੀਂ ਜਿਤਨੀ ਰਿਸਰਚ ਹੋਈ ਹੈ ਐਲੋਪੈਥਿਕ ਦੀ, ਜਿਤਨੀ ਰਿਸਰਚ ਹੈ, ਮੈਂ ਸਮਝਣਾ ਕਿ ਵਰਲਡ ਵਿੱਚ ਔਰ ਇਤਨੀ ਕਿਸੇ ਦੀ ਨਹੀਂ ਗੀ, ਤੇ ਇਸ ਵਿੱਚ ਕੋਈ ਸ਼ੱਕ ਵੀ ਨਹੀਂਗਾ। ਜਿੱਥੇ ਸਰਜਰੀ ਜ਼ਰੂਰਤ ਹੈ, ਜਿੱਥੇ 'ਚ ਟ੍ਰਾਂਸਪਲਾਂਟ ਦਾ ਸਿਸਟਮ ਹੈ, ਜਿੱਥੇ ਉਹਨਾਂ ਨੇ ਰਿਸਰਚ ਕਰਕੇ ਤੇ ਲਾਈਫ ਸੇਵਿੰਗ ਦੀ ਜਿਹੜੀ ਡਰੱਗਸ ਰੱਖੀਆਂ ਹੋਈਆਂ ਬਣਾਈਆਂ, ਉਹ ਮੈਂ ਸਮਝਣਾ ਕਿ ਦੁਨੀਆ ਦੇ ਵਿਚਕਾਰ ਬੜੇ ਘੱਟ ਸਿਸਟਮਸ ਦੇ ਕਾਰਨ। ਤਾਂ ਮੈਂ ਇਹ ਸਮਝਦਾ ਹਾਂ ਕਿ ਸਭ ਤੋਂ ਬੁਨਿਆਦੀ ਚੀਜ਼ ਜਿਹੜੀ ਹੈ, ਤੁਸੀਂ ਕਿਸੇ ਵੀ ਹਕੀਮ ਦੇ ਕੋਲ ਚਲੇ ਜਾਓ, ਮੈਂ ਹੋਮਿਓਪੈਥਿਕ ਦੇ ਟੌਪਿਕ ਸੀ ਹਟ ਕੇ ਇਸ ਤੋਂ ਵੀ ਕਰਨਾ ਕਿ ਉਹ ਵੀ ਇੱਕ ਸਿਸਟਮ ਹਨ। ਸਾਨੂੰ ਉਹਨਾਂ ਦਾ ਵੀ ਪੂਰਾ ਅਸੀਂ ਉਹਨਾਂ ਦਾ ਸਮਝਦੇ ਹਾਂ ਕਿ ਉਹਨਾਂ ਦਾ ਪੂਰਾ ਕਿਰਦਾਰ ਹੈ ਇਸ ਮਾਸ਼ਰੇ ਦੇ ਵਿਚਕਾਰ। ਤਾਂ ਤੁਸੀਂ ਅਗਰ ਦੇਖੋ ਤਾਂ ਉਹਨਾਂ ਦੀ ਸੁਬਹ ਦੀ ਰੂਟੀਨ ਦੇ ਵਿਚਕਾਰ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਵਾਸਤੇ ਉਹ ਸੇਬ ਦਾ ਜਿਹੜਾ ਤੇ ਮੁਰੱਬਾ, ਗਾਜਰ ਦਾ ਮੁਰੱਬਾ, ਅੱਛਾ ਇਸ ਤਰ੍ਹਾਂ ਹਰੀੜ ਹੈ, ਇਸ ਤਰ੍ਹਾਂ ਦੀ ਚੀਜ਼ਾਂ ਇਸਤੇਮਾਲ ਕਰਦੇ ਹਨ, ਤਾਂ ਉਹ ਮੈਦੇ ਦੇ ਨਿਜ਼ਾਮ ਨੂੰ ਤੇ ਜਿਸਮ ਨੂੰ ਤੇ ਨਜ਼ਰ ਤੇ ਸੌਂਫ ਦਾ ਇਸਤੇਮਾਲ ਇਸ ਤਰ੍ਹਾਂ ਕਰੋ ਜੀ, ਦਾਰਚੀਨੀ ਦਾ ਇਸਤੇਮਾਲ ਦਾ ਇਹ ਤਰੀਕਾ ਹੈ। ਕੁਝ ਚੀਜ਼ਾਂ ਦੇ ਕਾਵੇ ਹੋਣ, ਅਦਰਕ ਹੈ, ਤੇ ਇਹ ਨੈਚੁਰਲ ਚੀਜ਼ਾਂ ਹੋਣ। ਫਿਰ ਹੋਮਿਓ ਦੇ ਵਿਚਕਾਰ ਉਹਨਾਂ ਹੀ ਨੂੰ ਜਿੰਜਰ ਨੂੰ ਲੈ ਲਓ, ਜਾਂ ਮਤਲਬ ਹੈ ਕਿ ਅਸੀਂ ਐਲੀਅਮ ਸਟੀਵਾ ਕਹਿੰਦੇ ਹਾਂ ਲਸਣ ਨੂੰ, ਇਹਦੀ ਦਵਾਈ ਹੈ। ਮਜ਼ੇ ਦੀ ਮਿਸਾਲ ਗੱਲ ਤੁਹਾਨੂੰ ਬਤਾਵਾਂ ਕਿ ਸਾਡੀ ਦਵਾਈਆਂ ਦੇ ਵਿਚਕਾਰ ਪਿਆਜ਼ ਜਿਹੜਾ ਹੈ ਇਲੀਅਮ ਸਿਪਾ ਇਸ ਨੂੰ ਕਹਿੰਦੇ ਨੇ। ਅੱਛਾ, ਇਲੀਅਮ ਸਿਪਾ ਇਹਦਾ ਨਾਮ ਹੈ ਮੈਡੀਸਨ ਦਾ। ਜਿਸ ਆਦਮੀ ਨੂੰ ਨਜ਼ਲਾ ਜ਼ੁਕਾਮ ਹੁੰਦਾ ਉਹਦੀ ਅੱਖਾਂ 'ਚ ਪਾਣੀ ਆਉਂਦਾ ਪਿਆ ਹੁੰਦਾ, ਨਜ਼ਲਾ ਨਕਸੀ ਪਿਆ ਹੁੰਦਾ। ਅੱਛਾ, ਜਿਸ ਵਕਤ ਕਿ ਹੋਮਿਓ ਨੇ ਉਹਦੀ ਦਵਾਈ ਬਣਾਈ ਹੈ ਉਸੀ ਪਿਆਜ਼ ਸੀ, ਤਾਂ ਉਹ ਉਸ ਜ਼ੁਕਾਮ ਨੂੰ ਰੋਕਦਾ ਪਿਆ ਹੈ। ਤੁਸੀਂ ਪਿਆਜ਼ ਕੋਈ ਕੱਢਦੇ ਤਾਂ ਤੁਹਾਡੀਆਂ ਅੱਖਾਂ 'ਚੋਂ ਖੁਦ ਬ ਖੁਦ ਨਜ਼ਲਾ ਤੇ ਅੱਖਾਂ 'ਚੋਂ ਪਾਣੀ ਸ਼ੁਰੂ ਹੋ ਜਾਂਦਾ ਹੈ, ਇੱਕ ਨੈਚੁਰਲ ਜਿਹਾ ਪ੍ਰੋਸੈਸ। ਤਾਂ ਜਿਸ ਤਰ੍ਹਾਂ ਕਹਿੰਦੇ ਨਾ ਕਿ ਲੋਹਾ ਲੋਹੇ ਕੋ ਕਾਟਦਾ ਹੈ, ਹੋਮਿਓ ਦਾ ਵੀ ਪ੍ਰੋਸੈਸ ਇਸੇ ਤਰ੍ਹਾਂ ਹੈ ਕਿ ਉਹ ਉਸੀ ਦੇ ਵਿਚਕਾਰ ਉਹਦਾ ਇਲਾਜ ਹੈ, ਉਸੀ ਬਿਮਾਰੀ ਦਾ। ਸਹੀ, ਇਹ ਉਸੀ ਹਰਬ ਦੇ ਵਿਚਕਾਰ ਹੈ, ਉਸ ਨੂੰ ਅਸੀਂ ਟ੍ਰੀਟਮੈਂਟ ਵਿੱਚ ਲਿਆਉਂਦੇ ਹਾਂ ਤਾਂ ਪ੍ਰੋਸੈਸ ਸਿਰਾ ਉਹਦਾ ਬਦਲ ਜਾਂਦਾ ਹੈ। ਉਹਦੀ ਵਜ੍ਹਾ ਨਾਲ ਪੇਸ਼ੈਂਟ ਨੂੰ ਬੜੀ ਮਤਲਬ ਹੈ ਫਰਕ ਪੈਂਦਾ ਹੈ। ਜੀ ਜੀ। ਅੱਛਾ ਡਾਕਟਰ ਸਾਹਿਬ, ਇਹ ਬਤਾ ਸੋ ਕਿ ਅਕਸਰ ਲੋਕਾਂ ਦਾ ਇਹ ਗਿਲਾ ਹੁੰਦਾ ਹੈ ਕਿ ਹੋਮਿਓਪੈਥਿਕ ਦੀ ਜਿਹੜੀ ਦਵਾਈ ਹੈ ਉਹ ਸਲੋਲੀ ਕੰਮ ਕਰਦੀ ਹੈ ਬਨਿਸਬਤ ਇਸ ਦੇ ਕਿ ਐਲੋਪੈਥਿਕ ਦਵਾਈ ਜਿਹੜੀ ਹੈ 2 ਖੁਰਾਕਾਂ 3 ਲਵੋ ਤੇ ਤੁਸੀਂ ਠੀਕ ਹੋ ਜਾਂਦੇ ਹੋ, ਲੇਕਿਨ ਹੋਮਿਓਪੈਥਿਕ ਦੀ ਦਵਾਈ ਜਿਸ ਤਰ੍ਹਾਂ ਤੁਹਾਨੂੰ ਕਿ ਸਾਈਡ ਇਫੈਕਟਸ ਉਹਦੇ ਬਹੁਤ ਘੱਟ ਹੋਣ, ਨਾ ਹੋਣੇ ਦੇ ਬਰਾਬਰ ਹੋਣ, ਇਸੇ ਤਰ੍ਹਾਂ ਉਸ ਦੀ ਇਫੈਕਟਿਵਨੈਸ ਦੇ ਉੱਤੇ ਵੀ ਥੋੜਾ ਇਹ ਵੇ ਕਿ ਉਹ ਆਹਿਸਤਾ ਕੰਮ ਕਰਦੀ। ਇਸ ਤੇ ਥੋੜੀ ਰੋਸ਼ਨੀ ਪਾਓ, ਸਾਡੇ ਵਿਊਵਰਸ ਨੂੰ ਪਤਾ ਚੱਲੇ ਤਾਂ ਕਿ ਉਹਨਾਂ ਨੂੰ ਤਸੱਲੀ ਹੋਵੇ। ਜੀ ਬਿਲਕੁਲ। ਦਰਅਸਲ ਹੋਮਿਓਪੈਥਿਕ ਸਿਸਟਮ ਜਿਸ ਵਕਤ ਦੁਨੀਆ ਤੇ ਰਾਜ ਹੋਇਆ ਤਾਂ ਉਸ ਵਕਤ ਇਸ ਨੂੰ ਸਿੰਗਲ ਰੈਮੇਡੀ ਦਾ ਇੱਕ ਕਨਸੈਪਟ ਆਇਆ ਕਿ ਜਿਹੜੀ ਬੂਟੀਆਂ ਦੀ ਇੱਕ ਜਿਹੜੀ ਬੂਟੀ ਸੀ, ਅਗਰ ਇੱਕ ਆਦਮੀ ਦਾ ਇਲਾਜ ਕਿਸੇ ਜਿਸਮ ਦੇ ਕਿਸੇ ਹਿੱਸੇ ਵਾਸਤੇ ਹੁੰਦਾ ਹੈ ਤਾਂ ਉਸ ਨੂੰ ਸਿੰਗਲ ਰੈਮੇਡੀ ਦਾ ਕਨਸੈਪਟ ਕਿਹਾ ਜਾਂਦਾ ਹੈ। ਵਕਤ ਦੇ ਨਾਲ ਨਾਲ ਜਿਸ ਤਰ੍ਹਾਂ ਐਲੋਪੈਥਿਕ ਵੀ ਇੱਕ ਟਾਈਮ ਵਿੱਚ ਸਿੰਗਲ ਰੈਮੇਡੀ ਦੇ ਤੋਂ ਚੱਲਦੀ, ਬਾਅਦ ਵਿੱਚ ਕੰਬੀਨੇਸ਼ਨਸ ਆਈਆਂ। ਹੋਮਿਓ ਦੇ ਵਿਚਕਾਰ ਵੀ ਇਸ ਵਕਤ ਅੱਜ ਸੀ 20 ਸਾਲ ਪਹਿਲੇ 30 ਸਾਲ ਪਹਿਲੇ ਬੜਾ ਇਹ ਤਾਸੁਰ ਆਇਆ ਕਿ ਜੀ ਇਹ ਸਲੋ ਪ੍ਰੋਸੈਸ ਹੈ, ਲੇਕਿਨ ਵਕਤ ਦੇ ਨਾਲ ਨਾਲ ਇਸ ਵਿੱਚ ਵੀ ਰਿਸਰਚ ਹੋਈ ਹੈ। ਇਸ ਦੀ ਰਿਸਰਚ ਦੇ ਨਾਲ ਇਹ ਹੋਇਆ ਕਿ ਉਹ ਸਾਰੀ ਚੀਜ਼ਾਂ ਜਿਹੜੇ ਲੋਕਾਂ ਦੇ ਕਨਸੈਪਟਸ ਹੈ ਕਿ ਮੈਂ ਹੁਣ ਮੇਰੇ ਕੋਲ ਪੇਸ਼ੈਂਟ ਆਉਂਦਾ ਹੈ ਤੇ ਮੈਂ ਉਸ ਨੂੰ ਕਹਿਣਾ ਕਿ ਮੈਂ ਸੈਕਿੰਡਸ ਵਿੱਚ ਤੈਨੂੰ ਅਗਰ ਤੇਰੀ ਟ੍ਰੀਟਮੈਂਟ ਵਿੱਚ ਅਗਰ ਤੈਨੂੰ ਇੱਕ ਐਸਾ ਮੈਡੀਸਨ ਦੇਣਾ ਹੋ ਕਿ ਤੂੰ 5-4 ਮਿੰਟਾਂ ਦੇ ਬਾਅਦ ਤੂੰ ਕਹਿਣਾ ਯਾਰ 10 ਸੈਕਿੰਡ ਵਿੱਚ ਵੀ ਤੈਨੂੰ ਫਰਕ ਪੈ ਸਕਦਾ ਹੈ, ਤਾਂ ਅਸੀਂ ਉਹਨਾਂ ਨੂੰ ਇੱਕ ਡੋਜ਼ ਦੇਣੇ ਆ। ਤਾਂ ਉਹ ਲੋਕ ਆ ਉਸ ਨੂੰ ਜਦੋਂ ਅੱਛੇ ਰਿਜ਼ਲਟ ਮਿਲਦੇ ਨੇ ਤਾਂ ਦੂਸਰੀ ਤਰਫ ਵੀ ਛੋੜਦੇ, ਹੋ ਸਕਦਾ ਸਟੀਰਾਇਡ ਨਾ ਯੂਜ਼ ਕੀਤਾ ਹੋਵੇ। ਜਦੋਂ ਅੱਛੇ ਰਿਜ਼ਲਟ ਜਦੋਂ ਫੌਰਨ ਮਿਲਣ ਤਾਂ ਫਿਰ ਤਾਂ ਮੈਂ ਉਹਨਾਂ ਨੂੰ ਕਹਿੰਦਾ ਯਾਰ ਸਟੀਰਾਇਡ ਹੋਮਿਓਪੈਥਿਕ ਦਾ ਨਹੀਂ ਫੌਰਨ ਜਿਹੜਾ ਰਿਐਕਸ਼ਨ ਜਾਂ ਐਕਸ਼ਨ ਹੁੰਦਾ। ਹੋਮਿਓ ਦਾ ਸਿਸਟਮ ਨੈਚੁਰਲ ਚੀਜ਼ਾਂ ਸੀ ਤੇ ਤੁਸੀਂ ਉਸ ਨੂੰ ਦੇਖ ਸਕਦੇ ਹੋ, ਲੇਕਿਨ ਹੋਮਿਓ ਦੇ ਵਿਚਕਾਰ ਐਸੀ ਮੈਡੀਸਨ ਨੇਜ਼ਲ ਕੰਜੈਸ਼ਨ ਅਕਸਰ ਹੋ ਜਾਂਦੀ ਹੈ ਜੀ, ਤੇ ਇਸ ਦੇ ਸੇ ਅਕਸਰ ਪੇਸ਼ੈਂਟ ਨੂੰ ਖੁਰਾਟੇ ਲੈਂਦੇ ਨੇ ਰਾਤ ਨੂੰ, ਜਾਂ ਨੀਂਦ ਨਹੀਂ ਆਉਂਦੀ ਤੇ ਹੈਡੇਕ ਰਹਿੰਦਾ ਹੈ, ਮਾਈਗ੍ਰੇਨ ਰਹਿੰਦਾ ਹੈ, ਇਸ ਨਾਲ ਨਰਵਸ ਸਿਸਟਮ ਦੇ ਉੱਤੇ ਸਟ੍ਰੈਸ ਆਉਂਦਾ ਹੈ। ਉਸ ਵਾਸਤੇ ਬੜੀ ਅੱਛੀ ਸਾਡੀ ਹੋਮਿਓਪੈਥਿਕ ਮੈਡੀਸਨ ਹੈ। ਤੇ ਇੱਕ ਨੇਜ਼ਲ ਡਰਾਫਟਸ ਹਨ ਤੇ ਕਈ ਸਾਲਾਂ ਦੇ ਬਲੋਕੇਜ
ਸੈਕਿੰਡ ਜੇ ਅਸੀਂ ਇੱਕ ਡ੍ਰੌਪ ਉਹਦੇ ਨੱਕ 'ਚ ਸਿਰਫ Inhale ਕਰਦਾ ਹਾਂ, ਤੇ ਉਹ ਇਨਹੇਲ ਹੋਣੇ ਦੇ ਫੌਰਨ ਬਾਅਦ ਉਹ ਨੂੰ ਉਹਦਾ ਨਜ਼ਲਾ ਖੁੱਲ ਜਾਂਦਾ ਹੈ। ਤੇ ਜ਼ਬਰਦਸਤ। ਉਹ ਕਹਿੰਦਾ ਕਿ ਯਾਰ ਇਹ ਤਾਂ ਮੈਂ ਮਤਲਬ ਅਸੀਂ ਐਲੋਪੈਥਿਕ ਵੀ ਇਸਤੇਮਾਲ ਕਰ ਰਹੇ ਲੇਕਿਨ ਹੋਮਿਓ 'ਚ ਬੜਾ ਫੌਰਨ ਰਿਜ਼ਲਟ ਮਿਲਦਾ ਹੈ। ਬਸ ਇਸ ਦਾ ਇਹ ਹੈ ਨਾ ਕਿ ਇਹ ਜਦ ਤੱਕ ਇਹ ਜਿਹੜੇ ਸਾਡੇ ਦੋਸਤ ਯਾਰ ਜਿਹੜੇ ਨੇ ਤਾਂ ਮਤਲਬ ਜਦ ਤੱਕ ਕਿ ਇਸ ਤਰਫ ਆਸਨ ਨਾ ਇੱਕ ਦਫਾ ਜਾਂ ਦੋ ਦਫਾ ਤੁਸੀਂ ਅਗਰ ਹੋਮਿਓਪੈਥਿਕ ਡਾਕਟਰ ਨੂੰ ਤੁਸੀਂ ਵਿਜ਼ਿਟ ਕਰ ਸੋ ਤਾਂ ਉਸ ਤੋਂ ਬਾਅਦ ਹੀ ਤੁਹਾਨੂੰ ਰਿਜ਼ਲਟ ਮਿਲ ਜਾਸੀ। ਸਾਡੇ ਮਾਸ਼ਰੇ ਦੇ ਕਰ ਅਸੀਂ ਇਹ ਕਹਿ ਸੀ ਕਿ ਅਸੀਂ ਜ਼ਿਆਦਾ ਜ਼ਰਾ ਅਫਵਾਹਾਂ 'ਤੇ ਵੀ ਬਿਲੀਵ ਕਰਨੇ ਹਾਂ। ਜਿਸ ਤਰ੍ਹਾਂ ਅਸੀਂ ਕਈ ਸਾਲ ਪਹਿਲੇ ਇੱਕ ਨੇ ਦੂਏ ਨੇ ਤੀਨ ਨੂੰ ਫੋਨ ਕੀਤਾ ਕਿ ਜਨਾਬ ਜ਼ਿਲ੍ਹਾ पे आना ਪਿਆ ਤਾਂ ਕਹਿੰਦੇ ਕਿ ਜਨਾਬ ਪੂਰਾ ਪਾਕਿਸਤਾਨ ਹੀ ਘਰਾਂ ਸੀ ਬਾਹਰ ਨਿਕਲਿਆ ਤਾਂ ਉਹ ਪਤਾ ਲੱਗਿਆ ਕਿ ਜਨਾਬ ਇਹ ਤਾਂ ਇੱਕ ਅਫਵਾਹ ਜਿਹੜੀ ਪਤਾ ਨਹੀਂ ਕਿੱਥੋਂ ਸੇ ਆਈ ਹੈ। ਤਾਂ ਜਦ ਤੱਕ ਕਿ ਇਨਸਾਨ ਖੁਦ ਇੱਕ ਚੀਜ਼ ਨੂੰ ਤਹਿਕੀਕ ਨਾ ਕਰੇ ਪ੍ਰੈਕਟਿਸ ਨਾ ਕਰੇ ਤਾਂ ਉਸ ਦੇ ਬਾਰੇ ਗੱਲ ਨਹੀਂ ਕਰਨੀ ਚਾਹੀਦੀ। ਲੇਕਿਨ ਮੈਂ ਇਹ ਗੱਲ ਕਰ ਸਕਾਂ ਕਿ ਹਿਕਮਤ ਦਾ ਇਲਾਜ ਹੋ ਗਿਆ, ਹੋਮਿਓਪੈਥਿਕ ਦਾ ਇਲਾਜ ਹੋ ਗਿਆ, ਇਸ ਦੇ ਬਾਰੇ ਕਰ ਇੱਕ ਚੀਜ਼ ਬੜੀ ਸ਼ੋਰ ਹੈ ਕਿ ਇਹਨਾਂ ਦੇ ਸਾਈਡ ਇਫੈਕਟਸ ਇਤਨੇ ਨਹੀਂ ਹੁੰਦੇ। अगर कोई दवाई असर नहीं करती पई तो उसका कोई ऐसा रिएक्शन भी नहीं होता बनस्बत और ऐसी दवाइयां क्योंकि उन्होंने कर स्टेरॉयड भी तो बड़ी तेज़ किस्म की दवाइयां होंगी तो थोड़ा जिहा ये गल भी मतलब जी दरअसल एक्शन जिस तरह की किसी चीज़ का एक्शन उसी उसका रिएक्शन भी उसी तरह का सही। एक नैचुरल जी गल है। लेकिन मैं ਤੁਹਾਨੂੰ पिछले प्रोग्राम में भी इस गल ਦੇ ਉੱਤੇ फोकस किया है जी कि होम्योपैथिक बिल्कुल नैचुरल है तो इंसान का जिसम भी नैचुरल है। ਤੁਸੀਂ ਅਗਰ ਇੱਕ ਆਦਮੀ ਦੁੱਧ ਪੀਂਦਾ ਤੇ ਇਹ ਨਹੀਂ ਗਾ ਕਿ ਉਹ 10 ਮਿੰਟ ਹੀ ਉਸਦਾ ਕੈਲਸ਼ੀਅਮ ਪੂਰਾ ਹੋ ਜਾਂਦਾ ਹੈ। ਮੈਂ ਉਹਨੂੰ ਇੱਕ ਸਿੰਪਲ ਜੀ ਮਿਸਾਲ ਦਿੰਦਾ, ਉਹ ਰੋਜ਼ਾਨਾ ਇੱਕ ਗਿਲਾਸ ਦੁੱਧ ਪੀਂਦਾ ਹੈ, ਆਹਿਸਤਾ ਆਹਿਸਤਾ ਉਹਦਾ ਕੈਲਸ਼ੀਅਮ ਪੂਰਾ ਹੁੰਦਾ ਹੈ। ਰੋਜ਼ਾਨਾ ਇੱਕ ਸਵੇਰ ਸੇਬ ਖਾਂਦਾ ਹੈ, ਉਹਦੀ ਆਇਰਨ ਡਿਫੀਸ਼ੀਐਂਸੀ ਕਵਰ ਹੁੰਦੀ ਹੈ। ਹੁਣ ਇੱਕ ਆਦਮੀ ਕਹੇ ਕਿ ਯਾਰ ਮੈਨੇ ਖਾਧਾ ਤੇ ਤਾਂ ਮੈਨੂੰ ਘੁਟਨੇ 'ਚ ਪੇਨ ਹੈ ਫੌਰਨ ਕਿਉਂ ਨਹੀਂ ਠੀਕ ਹੋਇਆ, ਤਾਂ ਉਹ ਤਾਂ ਡਿਫੀਸ਼ੀਐਂਸੀ ਹੈ। ਹੋਮਿਓ ਵੀ ਇਸੇ ਤਰ੍ਹਾਂ ਹੀ ਕੰਮ ਕਰਦੀ ਹੈ ਬੋਡੀ ਦੇ ਵਿਚਕਾਰ ਜਾ ਕੇ, ਇਸ ਬਲੱਡ ਵਿੱਚ ਸ਼ਾਮਿਲ ਹੋ ਕੇ ਉਹ ਆਪਣਾ ਇੱਕ ਪ੍ਰੋਸੈਸ ਹੈ, ਉਹ ਮੈਟਾਬੋਲਿਜ਼ਮ ਦੀ ਰੂਟੀਨ ਠੀਕ ਕਰਦੀ ਹੈ। ਲਿਵਰ ਹੈ, ਸਟਮਕ ਹੈ, ਕਿਡਨੀਜ਼ ਹਨ, ਬੋਡੀ ਦੇ ਵਿਚਕਾਰ ਜਿਹੜੇ ਪਾਰਟਸ ਹਨ, ਆਰਗਨਸ ਹਨ, ਉਹਨਾਂ ਦਾ ਆਪਣਾ ਇੱਕ ਪ੍ਰੋਸੈਸ ਹੈ। ਉਸ ਪ੍ਰੋਸੈਸ ਦੇ ਤਹਿਤ ਅਗਰ ਇੱਕ ਚੀਜ਼ ਹੁੰਦੀ ਹੈ तो रिजल्ट्स अल्लाह के फजल नाल बड़े अच्छे आते। अच्छा डॉक्टर साहब ये बताना कि अक्सर इस तरह होता है सारे मोस्टली देखा है कि लोग इंटरनेट ते सर्च कर दें या ब्राउशर्स चीज़ां मिलदियां और उस सी उन्होंने ये लगता है कि मनु भी ये बीमारी है और ये होम्योपैथिक दे कतरे बिल्कुल मेरी बीमारी ते फिट और सैट आइन और वो डॉक्टर नू कंसर्न नहीं करते और जाके वो होम्योपैथिक क्लिनिक सी वो मेडिसन उठा लेंदे और बगैर तस्दीक दे और बगैर पुछने दे उसनू यूज़ करना शुरू कर देंगे। इस ते थोड़ा सेल्फ मेडिकेशन ते थोड़ी जी तुसी रोशनी पाना क्योंकि बहुत मसाइल आजकल हो गए, लोग बहुत ज़्यादा जो है इंटरनेट तक एक्सेस जितना ज़्यादा हो गया है ये चीज़ें बहुत ज़्यादा हो गई। मैं समझना चाहिए कि अज इस पूरे प्रोग्राम में सबसे जड़ा अच्छा सवाल इन्होंने किया है वो ये भी है कि सबसे ज़्यादा जी सैल्फ मेडिकेशन की प्रॉब्लम्स अजकल चलती पई हैं। होम्योपैथिक जड़ा वे ये अलामात इसनू सिम्पटम्स के उत्ते चलने का एक इसी दवाई का तो बीमारी की सिम्पटम्स अलामात नूं लैना होंदा है तो ये डॉक्टर नूं भी सिलेक्शन ही जितना आसान नहीं होता। सही कि एक आदमी नूं एबडोमिनल पेन है, पेट च दर्द है, अगर उसका राइट साइड ते वे तो उसकी मेडिसिन कुछ और हो सी, पेट च दर्द ही है उसकी लैफ्ट साइड ते हो सी तो क्योंकि एक तरफ अगर लिवर है तो दूसरी तरफ गॉल ब्लैडर है जी, तो अगर उत्ते वाले तो उसनूं पेनक्रियाज है और लोअर है तो अपेंडिक्साइड हो सकती है, हरनी हो सकती है तो एक ही रीजन है, सही। एक ही सिस्टम है लेकिन सिलेक्शन उसकी सारे दी वक्री वक्री है। इस वजह तो सबसे ज़्यादा साढ़े को पेशेंट अक्सर आते हैं गूगल सी और लैके तो यूट्यूब सी लोगों के इंडिया के तो मुख्तलिफ डॉक्टर की उन्होंने सिर्फ ये बताया होता है कि ये दवाइयाँ उन ये नहीं क्यों होता कि आपके लिए भी यही मेडिसिन है। सही वो स्पेसिफिक किसी वजह फिक्स नहीं करते तो सानू भी सिलेक्शन के शिकार तो अगर किसी पुराने जोड़े साढ़े सीनियर डॉक्टर थे उन्होंने को अगर तुमने कभी अच्छी पुराने जितने भी लोग हैं ट्रीटमेंट से जाते तो वो डॉक्टर पेशेंट सी जिसत के अलामत लेंदे तो नाल ही बुक्स के शिकार बाकायदा स्टडी भी पे कर दिंदा है कि ये सिम्पटम इस मिलती पई है कि नहीं मिलती पई। सही जी साढ़े बड़े सीनियर तो खास तौर पर मैं नाम लेना चाहता पाकिस्तान के शिकार बड़े डॉक्टर के शिकार साढ़े पेशावर के KPK ਦੇ सबसे ਜਿਹੜੇ बाबा होम्योपैथी जिन्होंने ਅਸੀਂ कहने दो नाम हैं, एक डॉक्टर मसूद साहब का नाम है तो एक डॉक्टर कैप्टन गयूर साहब का नाम है। अच्छा ये बहुत सीनियर डॉक्टर है, इन्हों की बड़ी रिसर्च ही तो इन्हों की वजह नाल पाकिस्तान या सूबा सरहद के जोड़े जितने भी डॉक्टर्स का अज एक सिलसिला चलता पाया उन्होंने बड़ी खिदमत हैं। उन्होंने किसी उन्होंने अगर 80 साल की उम्र रही तो उन्होंने कम अज़ कम जो 60 साल इस फील्ड रिसर्च है बिल्कुल इससे कोई शक नहीं। डॉक्टर साहब अक्सर ਅਸੀਂ ਦੇਖਦੇ ਹਾਂ ਘਰਾਂ ਦੇ ਘਰ ਵੀ ਸਾਡੇ ਕੋਲ ਬਹੁਤ ਸਾਰੀ ਚੀਜ਼ਾਂ ਸੀ ਮੌਜੂਦ ਹੁੰਦੀਆਂ ਤਾਂ ਮੈਂ ਚਾਹਸਾਂ ਕਿ ਜਿਸ ਤਰ੍ਹਾਂ ਮਤਲਬ ਹਲਦੀ ਵੀ ਮੌਜੂਦ ਹੈ ਸਾਡੇ ਕੋਲ
ਅਸੀਂ ਨਿੰਬੂ ਵੀ ਮੌਜੂਦ ਹਨ ਮਤਲਬ ਕੁਝ ਐਸੀ ਚੀਜ਼ਾਂ ਹੋਰ ਵੀ ਮੌਜੂਦ दूध फ्रूट्स दूध बहुत सारी फ्रूट, हाँ जी, चीज़ें ਤਾਂ होती हैं। ਕੁਝ ਐਸੀ ਚੀਜ਼ਾਂ ਟਿਪਸ ਕਿ ਜਿਹੜੀਆਂ ਮਤਲਬ Daily ਬਵਕਤ routine। ਜ਼ਰੂਰਤ ਆਦਮੀ ਉਹ ਇਸਤੇਮਾਲ ਕਰ ਸਕੇ। ਦੇਖੋ ਜੀ ਅਗਰ ਇੱਕ ਆਦਮੀ ਥੋੜੀ ਜਿਹੀ ਵੀ ਨੌਲੇਜ ਰੱਖਦਾ ਹੈ ਤਾਂ ਉਸ ਨੂੰ ਫਸਟ ਏਡ ਜਿਹੜੀ ਹੁੰਦੀ ਹੈ ਨਾ, ਅਚਾਨਕ ਕਿਸੇ ਨੂੰ ਤਕਲੀਫ ਹੋ ਗਈ ਹੈ ਤਾਂ ਅਗਰ ਇੱਕ ਆਦਮੀ, ਮੈਂ ਆਪਣੀ ਵਾਲਦਾ ਨੂੰ ਦੇਖਣਾ ਹੈ ਬਚਪਨ ਸੀ ਕਿ ਕਿਸੇ ਨੂੰ ਪੇਟ 'ਚ ਦਰਦ ਹੋਇਆ ਹੈ ਤੇ ਮੇਰੀ ਵਾਲਦਾ ਨੇ ਕਿਹਾ ਕਿ ਪੁਲਾਓ ਦੀ ਮੋਟੀ ਇਲਾਚੀ ਨੂੰ ਕੁੱਟ ਕੇ ਤੇ ਉਸ ਦਾ ਕਾਵਾ ਪਿਲਾ ਦਿਓ ਤੇ ਉਹਦੇ ਬੱਚੇ ਦਾ ਪੇਟ ਥੋੜੀ ਦੇਰ 'ਚ ਠੀਕ ਹੋ ਜਾਂਦਾ ਹੈ। ਜ਼ਬਰਦਸਤ। ਅਗਰ ਉਸ ਨੂੰ ਕੁਝ ਗੈਸਟ੍ਰਿਕ ਦਾ ਪ੍ਰੋਬਲਮ ਹੈ ਅਜਵਾਇਣ। ਈਵਨ ਅਜਵਾਇਨ ਦੇ ਛੁੜੀਏ। ਇਸੇ ਤਰ੍ਹਾਂ ਦਾਰਚੀਨੀ ਜਿਹੜੀ ਹੈ, ਮੈਂ ਤੁਹਾਨੂੰ ਸਭ ਤੋਂ ਜ਼ਿਆਦਾ ਜਿਹੜੀ ਇਸਤੇਮਾਲ ਵਿੱਚ ਮੈਂ ਸਮਝਦਾ ਤੇ ਬਹੁਤ ਅੱਛੀ ਚੀਜ਼ ਹੈ ਦਾਰਚੀਨੀ ਦਾ ਇਸਤੇਮਾਲ ਇਸ ਤਰ੍ਹਾਂ ਹੈ ਕਿ ਅਗਰ ਇੱਕ ਆਦਮੀ ਐਕਟਿਵ ਨਿੰਗਾ ਤੇ ਸੁਸਤ ਹੋਇਆ ਹੈ ਔਰ ਵਰਕ ਦੀ ਵਜ੍ਹਾ ਨਾਲ ਰੈਸਟਲੈਸ ਹੋਇਆ ਹੈ ਤੇ ਅਗਰ ਉਹ ਬਲੈਕ ਟੀ, ਕਾਲੀ ਚਾय ਜਾਂ ਕਾਫੀ ਦੇ ਵਿਚਕਾਰ ਥੋੜੀ ਜਿਹੀ ਉਸਨੇ ਦਾਰਚੀਨੀ ਮਿਕਸ ਕਰਕੇ ਉਹਦਾ ਅਗਰ ਉਹ ਐਕਸਟ੍ਰੈਕਟ ਯੂਜ਼ ਕਰ ਲਿੱਤਾ ਹੈ तो वो इस तरह लग सी कि उसने एक बहुत स्ट्रांग कोई एक एनर्जी ड्रिंक ले ली थी। ऐसे ही है जी, हाँ बिल्कुल ऐसे ही जी। ये मेरा अपना तजुर्बा है। ख़ास तौर पे मैं समझदा हाँ कि हल्दी जिहड़ी है ये एक बड़ा अल्लाह ताला दी साढ़े से नेमत है तो इस बहुत अच्छा इस्तेमाल है कि अगर कोई आदमी जोड़ों की तकलीफ महसूस करता है, मैं इस तो बताना वा कि कम अज़ कम उन्हें सेल्फ मेडिकेशन से अगर इस साइड से कोई आ जाता है तो उसमें नुकसान नहीं होता नैचुरल चीज़ों के कारण। तो खास तौर पर तुसी ये देखो कि अगर हल्दी नूं अगर एक गिलास दुध दे विचकार इस्तेमाल किया जाए या इस पेगोल के साथ एक गिलास दुध इस्तेमाल किया जाए तो उस नाल मैदे के निज़ाम नूं, जोड़ों के दर्दां नूं, कोलेस्ट्रोल नूं, एंटीबॉडीज़ की रूटीन नूं ठीक कर दे खास तौर जी। पे। अच्छा डॉक्टर साहब ये थोड़ा इस ते भी रोशनी पाना कि लोग डेली खाते पीते तो रहते हैं लेकिन उन्होंने ये नहीं पता होता कि साढ़े वास्ते हेल्दी डाइट केवे असी अपने खाने पीने के ऐसी चीज़ां जड़ा असी ज़रूर रखिए ताकि साड़ी सेहत जड़ा फिट रह सके। और बहुत सारी ऐसी चीज़ें जिन्हें रिजर्वेशनस भी होंगी जिस तरह लोग अक्सर कहते हैं कि रात के टाइम लस्सी या ठंडिया चीज़ों का इस्तेमाल नहीं करना चाहिए। खाने की एक रूटीन होती है, सुबह अर्ली नाश्ता करो, राती अर्ली खाना खा के जड़ा ते तुसी फारिग हो जाओ ताकि खाना हजम हो जाए। इस नाल कुछ इस तरह की टिप्स तुसी साडे व्यूअर्स नूं दो कि सब्जी, सलाद, कोई फ्रूट, कोई ऐसी चीज़ें कि डेली रूटीन चो रखो तो नहीं सेहत जड़ी वो बरकरार रह सकती है। बिल्कुल अच्छा सवाल है जी। मैं समझना वा कि दो तीन चीज़ों का इस्तेमाल अगर असी लोग रूटीन अपनी खुराक रखिए ना, अगर दोपहर के खाने के विचकार अगर असी एक लसन की जड़ा एक तुरी जिसनूं कहंदे ने, अगर असी रोज़ाना सलाद के विचकार एक तुरी भी अगर रोज़ाना इस्तेमाल कर रहे हैं तो साड़ा कोलेस्ट्रोल लेवल काफ़ी बेहतर रहता है, डाइजेस्टिव सिस्टम ठीक रहता है। खास तौर पर जड़ा साड़ा दो तरह के पुदीने वन, एक फ्रैश वे तो एक जंगली पुदीना है। हाँ जी। इस दी अगर दही के विचकार अनारदाना तो चीज़ां मिक्स करके अगर इसकी चटनी इस्तेमाल की जाए, खास तौर पर वो लोग जोड़े एक्सट्रा फैट्स की वजह नाल एबडोमिनल फैट की वजह नाल जिहड़ी फीमेल्स अक्सर शिकायत करदियां कि जी साड़ा वेट वधदा पिया है, वो अगर एक टाइम की डाइट अगर सिर्फ सैलड्स नूं, ग्रीन लीव्स नूं, पत्ते जिहड़े सलाद दे होण, असी कुकुम्बर या तुसी इसनूं खीरा वगैरह कह लो, ग्रीन वेजिटेबल्स, ग्रीन जितनी वेजिटेबल्स इन्हां दा इस्तेमाल खास तौर पर जी बंद गोभी है ये खास तौर पर स्पेशली कैप्सिकम, मोटी शिमला मिर्च, हाँ जी, ये साढ़े ट्रीटमेंट के विचकार ये वेट रिड्यूस की बेहतरीन चीज़ है। इसनूं अगर इसनूं उबाल के तो इसका अगर पानी पीता जाए तो ये एक्स्ट्रा फैट्स नूं बड़ी स्पीड नाल डिजॉल्व कर दी जबरदस्त। तो छोटी मोटी जी तुहाने मतलब है, हालांकि मेरा शोबा होम्योपैथिक दा है लेकिन उसी सी इन्हीं हर्बल चीज़ां सी ही होम्योपैथिक बनी हुई हैं। तो मैं नेचुरल डायरेक्ट इस तो कहना वा कि साढ़े लोग जिहड़े वन वो कम अज़ कम ऐसी इधर उधर की चीज़ां सी बेहतर है कि वो नेचुरल चीज़ दूध दही तो फ्रूट्स से इन्हां चीज़ां ते रहन तो उन्होंने कम अज़ कम हेल्दी लाइफ वो इस्तेमाल सब कुछ खाने पीने। देखो जी अगर एक आदमी ने फास्ट फूड उसने या जंक फूड बर्गर या पिज़्ज़ा या कुछ खा लेता है लेकिन अगर उसने उदते ड्रिंक्स सॉफ्ट ड्रिंक्स पीती हैं या कोई भी, उससे बेहतर है कि अगर वो सोने के टाइम पे एक गिलास दूध पी लेना तो वो चलो कुछ ना कुछ उसका अजाला हो जाता है, उसकी जी तकलीफ है उसकी दूध ना हो तो कम से कम कावा तो किथे भी नहीं गया। जी बिल्कुल बड़ी मेहरबानी डॉक्टर साहब तुसी आए हो, तुहाने टाइम दिता है, इंशाअल्लाह तुहानू टाइम टू टाइम बुलांदे रही अपने प्रोग्राम में, साडे व्यूअर्स जड़ा ते मुस्तफीद होसन तुहाडी गुफ्तगू नाल असी जड़ा ते अपने प्रोग्राम नू अगे लेके चलसी। तुसी देख सो प्रोग्राम्स और मनु
ਤੇ ਸੁਹੇਲ ਨੂੰ ਤੇ ਡਾਕਟਰ ਸਾਹਿਬ ਨੂੰ ਇਜਾਜ਼ਤ ਦੇ ਸੋ ਬਸ਼ਰਤੇ ਜ਼ਿੰਦਗੀ ਸਾਡੀ ਵੱਧ ਤੁਹਾਡੇ ਨਾਲ ਮੁਲਾਕਾਤ